ਸੋ ਬਾਰਡਰ ਦੀ ਸਿਚੁਏਸ਼ਨ ਕੀ ਚੱਲ ਰਹੀ ਆ? 11 ਮਈ ਭੱਜੀ ਆਉਂਦੀ ਆ, ਥਰਡ ਕੰਟਰੀ ਟ੍ਰਾਂਜ਼ਿਟ ਬੈਨ, ਇਹ ਸਾਰੇ ਮੁੱਦੇ ਪੂਰੀ ਤਰ੍ਹਾਂ ਗਰਮਾਏ ਪਏ ਆ। ਖਬਰਾਂ ਆ ਰਹੀਆਂ ਵੀ ਲੋਕ ਬਹੁਤ ਇਕੱਠੇ ਹੋ ਰਹੇ ਆ ਬਾਰਡਰ ਦੇ ਉੱਤੇ ਵੀ ਜਲਦੀ ਪਾਰ ਹੋ ਜਾਈਏ। ਬਾਰਡਰ ਦੇ ਉੱਤੇ 1500 ਫੌਜੀ ਘਲਾ ਦਿੱਤੇ ਆ, ਡਿਪਾਰਟਮੈਂਟ ਆਫ ਡਿਫੈਂਸ ਕਹਿੰਦੇ ਵੀ ਚਲੋ ਭੇਜੋ ਇਹਨਾਂ ਨੂੰ। ਕੀ ਸਥਿਤੀ ਹੈ ਜੀ ਬਾਰਡਰ ਦੀ? ਬਾਰਡਰ ਦੀ ਬਿਲਕੁਲ ਆਹੀ ਸਥਿਤੀ ਜਿਹੜੀ ਤੁਸੀਂ ਦੱਸ ਰਹੇ ਕਿ ਰਸ਼ ਪੈ ਰਿਹਾ ਵਾ। ਤੇ ਇੱਕੋ ਗੱਲ ਆ ਮੇਨ ਕਿ ਜਿਹੜਾ ਬੰਦਾ ਆ ਰਿਹਾ ਨਾ, ਹੁਣ ਜੇ ਤੁਸੀਂ ਜਿਹੜਾ ਬੰਦਾ ਉੱਥੇ ਤਾਂ ਏਜੰਟ ਦੀ ਗੱਲ ਸੁਣਦਾ ਕੀ ਕਹਿਣਾ ਵਾ ਬਾਰਡਰ ਤੇ, ਤਾਂ ਸਾਰੇ ਜਿਹੜੇ ਹੈਗੇ ਹੁਣ ਇਹਨਾਂ ਨੇ ਆਪਣਾ ਕੀ ਹੈਗਾ ਕਿ ਇਹਨਾਂ ਨੇ ਅਨਾਉਂਸ ਕਰਤਾ ਕਿ ਆਪਾਂ ਹੁਣ ਹਫ਼ਤੇ ਨਹੀਂ ਲਾਣੇ, ਕਹਿੰਦੇ ਆਪਾਂ ਦਿਨਾਂ 'ਚ ਘੰਟਿਆਂ 'ਚ ਹੀ ਕਹਿੰਦਾ ਵਾਪਸ ਮੋੜ ਦੇਣਾ। ਜਿਹੜੀ ਬਾਈਡਨ ਸਰਕਾਰ ਆ ਉਹਨਾਂ ਦੀ ਅਨਾਉਂਸਮੈਂਟ ਆ ਇਹ। ਉਹ ਹੁਣ ਅੰਦਾਜ਼ਾ ਹੀ ਲਾਇਆ ਜਾ ਸਕਦਾ, ਇਹਨਾਂ ਨੇ ਬਿਆਨ ਲੈਣੇ ਆ ਲੋਕਾਂ ਦੇ। ਸੋ ਬਿਆਨ ਦੇ ਵਿੱਚ ਕੀ ਆ ਕਿ ਇਹ ਨਹੀਂ ਕਿ ਹੁਣ ਤੁਹਾਡਾ ਉਹ ਹੁਣ ਕਈ ਵਾਰੀ ਕੀ ਹੁੰਦਾ ਕਿ ਏਜੰਟ ਨੇ ਜੇ 50 ਬੰਦੇ ਭੇਜੇ, ਉਹਨੇ 50 ਨੂੰ ਦੱਸ ਕੇ ਭੇਜਣਾ ਕਿ ਤੂੰ ਏਦਾਂ ਕਹਿਣਾ, ਉਹ ਸਾਰੇ 50 ਦੇ 50 ਇਕੱਠੇ ਲੈਣ ਚਾਣੇ, ਸੇਮ ਚੀਜ਼ ਕਹਿ ਦੇਣੀ ਹਨਾ। ਸੋ ਸਾਰਿਆਂ ਦਾ ਹੁਣ ਜਿਹੜਾ ਮੈਟਰ ਆਫ ਆਰਕੇ ਫਾਈਲਿੰਗ ਵਗੈਰਾ ਸਾਰੀਆਂ ਹੈਗੀਆਂ ਤੁਹਾਡੇ ਅਗੇਂਸਟ। ਤੁਹਾਨੂੰ ਆਪਣੇ ਕੇਸ ਦੇ ਫੈਕਟ, ਆਪਣੀਆਂ ਤਰੀਕਾਂ, ਡੇਟ ਕਦੋਂ ਜੁਆਇਨ ਕੀਤੀ ਸੀ, ਕੀ ਸੀਗੀ, ਹਮਲੇ ਸਾਰੇ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਤੇ ਤੁਹਾਡੇ ਜਿਹੜੇ ਬਿਆਨ ਆ ਉਹ ਬਾਰਡਰ ਤੇ ਸੋਲਿਡ ਹੋਣੇ ਚਾਹੀਦੇ ਆ। ਉਹਦੇ ਬੇਸ ਤੇ ਇਹਨਾਂ ਨੇ ਹੁਣ ਕਾਫੀ ਲੋਕੀ ਜਿਹੜੇ ਉਹ ਰਿਜੈਕਟ ਕਰਨੇ ਆ। ਬਾਕੀ ਥਰਡ ਕੰਟਰੀ ਵਾਲਾ ਬਿਆਨ ਤਾਂ ਦੇਖਾਂਗੇ ਜਦੋਂ ਮੌਕਾ ਲੱਗਦਾ, ਪਰ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਬਿਆਨ ਜਿਹੜੇ ਆਪਣੇ ਆ ਮੇਨ ਉਹ ਪੂਰੇ ਹੋਣੇ ਚਾਹੀਦੇ। ਉਹਦੇ ਵਿੱਚ ਜਿਹੜਾ ਤੁਹਾਨੂੰ ਏਜੰਟ ਭੇਜਣ ਵਾਲਾ ਉਹ ਤੇ ਨਹੀਂ ਤੁਸੀਂ ਰਿਲਾਈ ਕਰਨਾ। ਉਹਦਾ ਕੀ ਕੰਮ? ਉਹਦਾ ਕੰਮ ਤਾਂ ਇਹ ਹੈਗਾ ਕਿ ਉਹਨੇ ਤੁਹਾਡੇ ਕੋਲ ਪੈਸੇ ਲੈਣੇ ਕਿ ਤੁਹਾਨੂੰ ਕੱਢਤਾ ਬਾਹਰ ਨੂੰ, ਹਨਾ। ਉਹ ਤੋਂ ਬਾਅਦ ਹੈਡੇਕ ਤਾਂ ਤੁਹਾਡੇ ਵਕੀਲ ਦੀ, ਤੁਹਾਡੀ ਆਪਣੀ ਖੁਦ ਦੀ ਹੈ। ਤਾਂ ਉਹ ਜਦੋਂ ਤੁਸੀਂ ਜਿਹੜਾ ਬੰਦਾ ਬਾਰਡਰ ਤੇ ਅਸਾਈਲਮ ਦੀ ਰਿਕੁਐਸਟ ਲੈ ਕੇ ਆ ਰਿਹਾ, ਉਹਨੂੰ ਆਪਣਾ ਅਸਾਈਲਮ ਦਾ ਜਿਹੜਾ ਕਲੇਮ ਆ ਉਹ ਪੂਰਾ ਉਸੇ ਲੈਵਲ ਤੇ ਪਤਾ ਹੋਣਾ ਚਾਹੀਦਾ ਜਿਸ ਲੈਵਲ ਤੇ ਜੱਜ ਦੇ ਕੋਲ ਉਹਦੀ ਐਕਸਪੈਕਟੇਸ਼ਨ ਹੈ ਜਾ ਕੇ ਬੋਲਣ ਦੀ। ਬਿਲਕੁਲ। ਸੋ ਤਿਆਰੀ ਜਿਹੜੀ ਆ ਤੁਹਾਨੂੰ ਜਿੱਦਾਂ ਤੁਸੀਂ ਦੱਸ ਰਹੇ ਆ ਅਟਾਰਨੀ ਟਿਰਕੈਨਾ ਜੀ ਵੀ ਇਸ ਚੀਜ਼ ਨੂੰ ਲੈ ਕੇ ਆ। ਹੁਣ ਜਿੱਦਾਂ ਫੌਜੀ ਲਾ ਰਹੇ ਆ, ਟ੍ਰਾਂਜ਼ਿਟ ਬੈਨ ਜਿਹੜਾ ਉਹ ਆ ਰਿਹਾ, ਤਰੀਕ ਅਜੇ ਵੀ ਉਹਦੀ ਕੋਈ ਕਨਫਰਮ ਆ ਕਿ 11 ਤਰੀਕ ਤੋਂ ਪਹਿਲਾਂ ਕਿ ਆਲਰੇਡੀ ਲੱਗ ਚੁੱਕਾ ਆ? ਕੀ ਕੁਛ ਇਦਾਂ ਦੀ ਅਪਡੇਟ ਤੁਹਾਨੂੰ ਉਹਦੇ ਬਾਰੇ ਪਤਾ ਲੱਗਾ ਆ? ਹਾਂਜੀ, ਉਹ ਆਪਣੀ ਉਹਨਾਂ ਨੇ ਆਲਰੇਡੀ ਐਪਲੀਕੇਬਲ ਆ ਰੂਲ ਤੇ ਉਹਨਾਂ ਨੇ ਸਾਫ਼ ਅਨਾਉਂਸ ਕਰਤਾ ਕਿ ਜਦੋਂ ਹੀ ਟ੍ਰਾਂਜ਼ਿਟ ਬੈਨ ਉੱਠਿਆ ਨਹੀਂ ਤਾਂ ਆਪਣਾ ਸੌਰੀ ਜਿਹੜੇ ਟਾਈਟਲ 42 ਉੱਠਿਆ ਨਹੀਂ ਤਾਂ ਲੋਕਾਂ ਨੂੰ ਇਸੇ ਤਰੀਕੇ ਨਾਲ ਰੋਕਣਾ। ਠੀਕ ਹੈ। ਸੋ ਸਿਚੁਏਸ਼ਨ ਕਾਫੀ ਸਖਤ ਜਿਹੜੀ ਉਹ ਹੋਣ ਜਾ ਰਹੀ ਆ, ਪਰ ਇਸ ਦੇ ਦਰਮਿਆਨ ਚਲੋ 100% ਉਹ ਰੋਕ ਵੀ ਨਹੀਂ ਸਕਦੇ, 100% ਲੰਘ ਵੀ ਨਹੀਂ ਸਕਦੇ। ਕੋਈ ਲੰਘ ਵੀ ਆਉਂਦੇ ਆ, ਕੋਈ ਬਾਰਡਰ ਟੱਪ ਕੇ ਵੀ ਜਿਹੜੇ ਉਹ ਆ ਜਾਂਦੇ, ਜਿਹਦੀ ਅਸੀਂ ਕਿਸੇ ਨੂੰ ਵੀ ਸਲਾਹ ਜਿਹੜੀ ਉਹ ਨਹੀਂ ਦਿੰਦੇ ਵੀ ਤੁਸੀਂ ਬਾਰਡਰ ਟੱਪ ਕੇ ਜਿਹੜਾ ਇਸ ਤਰੀਕੇ ਦੇ ਨਾਲ ਇੱਥੇ ਜਿਹੜਾ ਉਹ ਆਓ। ਜੇ ਪਹੁੰਚ ਵੀ ਜਾਂਦਾ ਹੈ, ਕੋਈ ਪਹੁੰਚ ਵੀ ਰਿਹਾ ਆ, ਤੇ ਕੀ ਉਹਦੇ ਕੋਲ ਫਿਰ ਵੀ ਅਸਾਈਲਮ ਲਾਉਣ ਦਾ ਅਧਿਕਾਰ ਰਹਿੰਦਾ ਆ ਜਾਂ ਨਹੀਂ ਰਹਿੰਦਾ? ਅਧਿਕਾਰ ਤਾਂ ਸਾਰਿਆਂ ਕੋਲ ਰਹਿੰਦਾ, ਬਸ ਪ੍ਰਜ਼ੰਪਸ਼ਨ ਇਹ ਹੈ ਕਿ ਮੈਕਸੀਕੋ ਜਗ੍ਹਾ ਨਹੀਂ ਲਾਇਆ ਪਹਿਲਾਂ। ਠੀਕ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਪਤਾ ਨਹੀਂ ਸੀਗਾ। ਠੀਕ ਹੈ। ਹਾਂਜੀ। ਸੋ ਇਹ ਚੀਜ਼ ਜਿਹੜੀ ਉਹ ਨਹੀਂ, ਤੇ ਇਹ ਮਾਮਲਿਆਂ ਦੇ ਵਿੱਚ ਫਿਰ ਉਹ ਥੱਲੇ ਹੀ ਆਫਿਸ ਦੇ ਵਿੱਚ ਹੀ ਅਦਾਲਤ ਵਿੱਚ ਜਾਣ ਤੋਂ ਪਹਿਲਾਂ ਹੀ ਉੱਥੇ ਉਸਨੂੰ ਇਸ ਬਿਨਾਂ ਦੇ ਉੱਤੇ ਉਸਨੂੰ ਰੱਦ ਕੀਤਾ ਜਾ ਸਕਦਾ ਹੈ। ਜਿਹੜਾ ਪਿਛਲੇ ਵਾਰੀ ਟਰੰਪ ਉਹਨਾਂ ਦੇ ਰੂਲ ਸੀ ਉਹਦੇ ਵਿੱਚ ਇਹ ਸੀਗਾ ਕਿ ਜਿਹੜਾ ਥਰਡ ਕੰਟਰੀ ਬਾਹਰ ਲੱਗਣਾ ਕਿ ਨਹੀਂ ਲੱਗਣਾ, ਜਿਹੜਾ ਅਫਸਰ ਉਹ ਸਵਾਲ ਪੁੱਛ ਸਕਦਾ, ਉਹਨਾਂ ਨੂੰ ਵਾਪਸ ਨਹੀਂ ਮੋੜ ਸਕਦਾ ਉਹ ਗੱਲ ਕਰਕੇ। ਠੀਕ ਹੈ, ਪਰ ਹੁਣ ਮੋੜ ਸਕਦੇ ਆ? ਨਹੀਂ, ਉਹਦੇ ਵਿੱਚ ਫਿਰ ਇਹ ਹੈ ਕਿ ਉਹ ਤੁਹਾਡੇ ਮਤਲਬ ਤੁਹਾਡਾ ਬਰਡਨ ਤੁਹਾਡਾ ਉਹ ਪ੍ਰੂਵ ਕਰਨਾ, ਪਰ ਉਹਦਾ ਮਤਲਬ ਇਹ ਹੈ ਕਿ ਜੱਜ ਮੋਰੇ ਤੁਹਾਨੂੰ ਆਰਗਿਊ ਕਰਨਾ ਪੈਣਾ। ਤੇ ਬਾਕੀ ਅਗਲੀ ਗੱਲ ਉੱਤੇ ਆਉਂਦੀ ਹੈ ਕਿ ਜਦੋਂ ਉਹਨਾਂ ਦੀ ਤਰੀਕ ਆਉਂਦੀ ਹੈ ਕਿ ਉਦੋਂ ਤੱਕ ਉਹ ਬੈਨ ਵਾਕਈ ਲੱਗਾ ਰਹਿੰਦਾ ਕਿ ਫਿਰ ਚੈਲੰਜ ਹੋ ਜਾਂਦਾ, ਚੇਂਜ ਹੋ ਜਾਂਦਾ, ਉਹ ਲੈਟਸ ਸੀ। ਤੇ ਡੈਪੂਟੇਸ਼ਨਸ ਇਸ ਟਾਈਮ ਫਾਸਟ ਹੋ ਚੁੱਕੀਆਂ ਆ ਜਾਂ ਹੋਣ ਜਾ ਰਹੀਆਂ? ਇਹਦੀ ਐਗਜ਼ੈਕਟਲੀ ਪਤਾ ਨਹੀਂ, ਫਾਸਟ ਹੋਣ ਜਾ ਰਹੀਆਂ ਦੀ ਇਨਫੋਰਮੇਸ਼ਨ ਆ ਰਹੀ ਹੈ। ਠੀਕ ਹੈ, ਵੀ ਤੇਜ਼ੀ ਦੇ ਨਾਲ ਹੁਣ ਲੋਕਾਂ ਨੂੰ ਡਿਪੋਰਟ ਕੀਤਾ ਜਿਹੜਾ ਹੋ ਜਾ ਸਕਦਾ। ਸੋ ਆਪਾਂ ਵਾਧੇ ਦੇਖਾਂਗੇ, ਕਿਉਂਕਿ ਹੁਣ ਤੱਕ ਤਾਂ ਟਾਈਟਲ 42 ਹੈਗਾ ਨਾ, ਉਹਦੇ ਥੱਲੇ ਰੋਕ ਸਕਦੇ ਆ ਉਹ ਨਹੀਂ ਆਣਾ ਤੂੰ ਭਾਈ। ਜਦੋਂ ਟਾਈਟਲ 42 ਹੁਣ ਆਇਆ ਤਾਂ ਲੋਕਾਂ ਨੇ ਦਰਵਾਜ਼ਾ ਖੜਕਾਣਾ ਸ਼ੁਰੂ ਕੀਤਾ ਉਹਨਾਂ ਦਾ, ਉਦੋਂ ਲਾਉਗੇ ਫਿਰ ਉਹ। ਠੀਕ ਆ। ਸੋ ਸਥਿਤੀ ਕਾਫੀ ਜਿਹੜੀ ਉਹ ਸਖਤ ਹੁੰਦੀ ਜਿਹੜੀ ਉੱਧਰ ਜਾਊਗੀ। ਸੋ ਬਿਲਕੁਲ। ਸੋ ਜਾਂਦੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤੀ ਵੱਲ ਆ, ਤੇ ਜਾਂਦੇ ਕੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਸਾਰੇ ਜਿਹੜੇ ਮਾਮਲਿਆਂ ਨੂੰ ਲੈ ਕੇ? ਦਰਸ਼ਕਾਂ ਨੂੰ ਇਹੀ ਹੈ ਕਿ ਯਾਰ ਜਿਹੜਾ ਤੁਹਾਡਾ ਕੇਸ ਆ ਉਹਦੇ ਪਹਿਲੂ ਜਿਹੜੇ ਹੈਗੇ ਆ ਹਨਾ, ਹੁਣ ਸਾਡੇ ਕੋਲ ਕਈ ਵਾਰੀ ਜਿੱਦਾਂ ਕੇਸ ਆਉਂਦਾ ਕਿ ਲੋਅਰ ਕਾਸਟ ਦਾ ਬੰਦਾ, ਉਹ ਵੀ ਅਦਰ ਬੈਕਵਰਡ ਕਾਸਟ ਦਾ ਕੇਸ ਆ, ਕਾਫੀ ਬੰਦੇ ਆ ਜਾਂਦੇ ਅਦਰ ਬੈਕਵਰਡ ਕਾਸਟ, ਸ਼ਡਿਊਲ ਟਰਾਈਬ ਅਲੱਗ ਆ, ਅਦਰ ਬੈਕਵਰਡ ਕਲਾਸਿਸ ਵੀ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਆਉਂਦੀਆਂ,
ਉਹਦੇ ਸਰਟੀਫਿਕੇਟ ਵਗੈਰਾ ਵੀ 10ਵੀਂ ਵਾਲੇ ਤੁਹਾਡੇ ਲੈਜਿਟ ਜਿਹੜੇ ਉਹ ਹੈਗੇ ਆ ਹਨਾ। ਤੇ ਹੁਣ ਜਿਹੜਾ ਬੰਦਾ ਕਹਿੰਦਾ ਕਿ ਸਾਡੇ ਨਾਲ ਧੱਕਾ ਹੁੰਦਾ, ਕੁਛ ਹੁੰਦਾ, ਮੈਂ ਕਿਹਾ ਤੁਹਾਡੇ ਬੜੇ ਪਹਿਲੂ ਹੈਗੇ ਕੇਸ ਦੇ ਵਿੱਚ ਕਿ ਤੁਸੀਂ ਕਿੱਤਾ, ਕਿਹੜਾ ਤੁਹਾਡਾ ਫਾਈਨੈਂਸ਼ੀਅਲ ਕੰਡੀਸ਼ਨ ਕੀ ਸੀਗੀ, ਤੁਹਾਡਾ ਜਾਤ-ਜੂਤ, ਗੋਤ ਕਿਹਦੇ ਵਿੱਚ ਆਉਂਦੀ ਆ, ਕਿਉਂ ਤੁਸੀਂ ਪਾਰਟੀ ਆਪਣੀ ਜੁਆਇਨ ਕੀਤੀ। ਹੁਣ ਜੇ ਬੰਦਾ ਕਹਿੰਦਾ ਕਿ ਯਾਰ ਇਹ ਪਾਰਟੀ ਸਾਰਿਆਂ ਦੇ ਬਰਾਬਰ ਦੀ ਹੱਕ ਦੀ ਗੱਲ ਕਰਦੀ ਆ, ਠੀਕ ਆ, ਕਰਦੀ ਆ, ਪਰ ਨਾਲ ਜੇ ਤੁਸੀਂ ਵਾਕਈ ਹੈਗੇ ਆ ਕਿਸੇ ਜਾਤ ਗੋਤ ਨੂੰ ਬਿਲੋਂਗ ਕਰਦੇ ਆ ਜਿਹੜੀ ਬੈਕਵਰਡ ਕਲਾਸ ਅਦਰ ਬੈਕਵਰਡ ਕਲਾਸ ਚ ਆਉਂਦੀ ਆ, ਤੁਸੀਂ ਨਾਲ ਉਹਦੇ ਜੱਜ ਨੂੰ ਦੱਸ ਵੀ ਦੋਗੇ ਆਹ ਦੇਖ ਏਦਾਂ ਵਾ, ਉਹਨਾਂ ਇੱਕ ਪ੍ਰੂਫ ਹੋ ਜਾਂਦਾ ਕਿ ਯਾਰ ਇਹ ਬੰਦਾ ਜੋ ਕਹਿ ਰਿਹਾ ਸੱਚ ਕਹਿ ਰਿਹਾ, ਨਾਲ ਉਹਨਾਂ ਨੂੰ ਐਵੀਡੈਂਸ ਦਿਓ ਕਿੱਦਾਂ ਹਨਾ। ਮੇਨ ਇਹ ਬੰਦੇ ਦਾ ਆਉਂਦਾ ਕਿ ਫੰਡਸ ਭੇਜੇ ਆ ਹਨਾ, ਤੇ ਫੰਡਸ ਕਿੰਨੇ ਕੁ ਭੇਜੇ, ਫੰਡ ਮੈਂ ਜੀ 5000 ਰੁਪਈਆ ਇੰਡੀਆ ਦਾ ਭੇਜਿਆ, ਯਾਰ ਤੁਸੀਂ ਹਜ਼ਾਰਾਂ ਡਾਲਰ ਇੱਥੇ ਖਰਚ ਦਿੰਦੇ ਕੱਪੜੇ ਲੀੜਿਆਂ ਤੇ। ਮੈਂ ਕਿਹਾ ਜਦੋਂ ਤੁਹਾਡਾ ਮੇਨ ਜਿਹੜਾ ਮੁੱਦਾ ਉਹਦੇ ਵਿੱਚ ਤੁਹਾਡੀ ਫੰਡਿੰਗ, ਉਹ ਕਹਿੰਦਾ ਰਸੀਦਾਂ ਕਿੱਥੇ ਆ, ਤੇ ਜੱਜ ਕਹਿੰਦਾ ਕਿ ਸਿਰਫ 10,000 ਰੁਪਏ ਜਿਹੜੇ ਕਿ 100-200 ਡਾਲਰ ਉਹਦੇ ਕਰਕੇ ਤੈਨੂੰ ਪਾਰਟੀ ਲੱਭਦੀ ਹੈ ਇੰਡੀਆ ਦੀ, ਕਿ ਇਹਨਾਂ ਕਿਹੜਾ ਤੂੰ ਜੇ ਲੱਖਾਂ ਦਾ ਉਹ ਸੀਗਾ ਤਾਂ ਇਹਦਾ ਤੁਪਕਾ ਵੀ ਨਹੀਂ ਹੈਗਾ ਤੇਰਾ, ਇਹਦਾ ਤੂੰ ਛੋਟਾ ਮੋਟਾ ਸਧਾਰਨ ਵਰਕਰ ਆ, ਰਾਈਟ। ਹਾਂਜੀ। ਹੁਣ ਜਿਹੜਾ ਬੰਦਾ ਕਹਿੰਦਾ ਕਿ ਉਹ ਇੰਪੋਰਟੈਂਟ ਆ, ਲੀਡਰਸ਼ਿਪ ਦੇ ਨਾਲ ਜੁੜਿਆ ਸੀਗਾ, ਜਜ਼ਬਾ ਬੜਾ ਵਾ, ਉਹਨੂੰ ਸਬੂਤ ਕਿੱਥੇ ਆ ਤੁਹਾਡਾ? ਅੰਦੋਲਨਾਂ ਦੇ ਵਿੱਚ ਗਏ ਦਾ ਸਬੂਤ ਕਿੱਥੇ ਆ? ਫੋਟੋਆਂ ਦਾ ਸਬੂਤ ਕਿੱਥੇ ਆ? ਡੋਨੇਸ਼ਨਾਂ ਦਾ ਸਬੂਤ ਕਿੱਥੇ ਆ? ਫਿਰ ਜੀ ਇੱਕ ਹੋਰ ਹੋ ਗਈ, ਭੀੜ ਸਾਰੀ ਇੱਧਰਲੇ ਪਾਸੇ ਨੂੰ ਖੜੀ ਆ ਕਿਸਾਨੀ ਅੰਦੋਲਨ ਦੇ ਵਿੱਚ, ਤੇ ਮਾਤਾ ਤੇ ਬਾਪੂ ਦਾ ਹੱਥ ਕਰਕੇ ਇੱਧਰ ਨੂੰ ਕੈਮਰੇ ਨੂੰ ਉਹ ਕੀਤਾ ਵਾ, ਤੇ ਸਰਕਾਰੀ ਵਕੀਲ ਅੱਗੋਂ ਪੁੱਛਦੀ ਕਿ ਆ ਇੱਧਰ ਨੂੰ ਗੱਲ ਹੀ ਮੂੰਹ ਕਰਕੇ ਫੋਟੋ ਖਿਚਾਈ ਆ। ਉਹ ਏਦਾਂ ਥੋੜਾ ਕਿ ਯਾਰ ਅੰਦੋਲਨ ਦੇ ਉੱਤੇ ਜਿਹੜੇ, ਹੁਣ ਮੈਂ ਕਿਹਾ ਜਿਹੜਾ ਵਾਕਈ ਪਾਰਟਿਸਿਪੇਟ ਕਰਦਾ ਉਹ ਪਾਰਟਿਸਿਪੇਸ਼ਨ ਦੀ ਫੋਟੋ ਹੁੰਦੀ ਆ, ਉਹ ਏਦਾਂ ਥੋੜਾ ਕਿ ਭੀੜ ਲੱਗੀ ਹੈ ਤਾਂ ਉਹਦੇ ਮੂਹਰੇ ਪੁੱਠੇ ਪਾਸੇ ਨੂੰ ਮੂੰਹ ਕਰਕੇ ਖੜਾ ਹੋ ਕੇ ਬੰਦਾ ਹੱਥ ਜੋੜ ਕੇ ਖੜਾ, ਉਹ ਤਾਂ ਜੱਜ ਵੀ ਦੇਖਦਾ ਕਿ ਯਾਰ ਕੀ ਪੇਸ਼ਕਸ਼ ਕਰੀ ਜਾਂਦੇ ਹਨਾ। ਤੇ ਫੋਟੋਆਂ ਹੁਣ ਜਿੱਦਾਂ ਕਈਆਂ ਦੀਆਂ ਹੋਏ ਕਿ ਗੱਡੀਆਂ ਪਿੱਛੇ ਕਾਰਵੈਟ ਖੜੀ, ਪਿੱਛੇ ਮਸਟੈਂਗ ਖੜੀ ਆ, ਉਹਦੇ ਉੱਤੇ ਲਾ ਕੇ ਤੇ ਮੰਡੀਰ ਨੇ ਕਿ ਨੋ ਫਾਰਮਰ ਨੋ ਫੂਡ, ਉਹਦੇ ਵਿੱਚ ਯਾਰ ਰੈਲੀ ਦਾ ਕੀ ਹੈਗਾ, ਉਹਦਾ ਜੱਜ ਨੂੰ ਕਿੱਦਾਂ ਪਤਾ ਲੱਗੂਗਾ? ਉਹਦਾ ਕਿਤੇ ਵੀ ਬੰਦਾ ਉਹਦਾ ਆਪਣੇ ਘਰ ਦੇ ਬੈਕਯਾਰਡ 'ਚ 6 ਬੰਦੇ ਰਲ ਕੇ ਖਿੱਚ ਸਕਦੇ ਆ। ਸੋ ਜਿਹੜਾ ਕੋਰਟ ਆ ਉਹਨੂੰ ਸਬੂਤ ਚਾਹੀਦੇ ਆ ਕਿ ਕਿੱਥੇ ਇਹ ਪ੍ਰੋਟੈਸਟ ਹੋ ਰਿਹਾ ਵਾ, ਇਹ ਐਮਬੈਸੀ ਮੂਹਰੇ ਆ, ਇਹ ਯੂਬਾ ਸਿਟੀ ਦੇ ਮੂਹਰੇ ਆ। ਠੀਕ ਹੈ। ਹਾਂਜੀ, ਤੇ ਸਾਰੀ ਜਿਹੜੀ ਇਨਫੋਰਮੇਸ਼ਨ ਆ, ਬੈਕਗਰਾਉਂਡ ਕੀ ਹੈ ਤੁਹਾਡੀ, ਫੋਟੋ ਕਿੰਨੇ ਖਿੱਚੀ ਹੈ ਹਨਾ, ਤੇ ਤੁਸੀਂ 10-15 ਸੇਮ ਫੋਟੋਆਂ ਉਸੇ ਅੰਦਾਜ਼ ਦੇ ਵਿੱਚ, ਉਹਦੀ ਕੋਈ ਵੈਲਿਊ ਨਹੀਂ ਹੈਗੀ, ਉਹ ਇੱਕ ਫੋਟੋ ਦੀ ਵੀ ਸੇਮ ਵੈਲਿਊ ਆ, 10 ਫੋਟੋਆਂ ਦੀ ਵੀ ਸੇਮ ਵੈਲਿਊ, ਉਹੀ ਮੁੰਡੇ ਉਹੀ ਠੀਕ ਬੈਨਰ। ਹੈ। ਤੇ ਵਿੱਚ ਕਈ ਵਾਰੀ ਫਨੀ ਕੀ ਹੁੰਦਾ ਕਿ ਬੰਦਿਆਂ ਨੇ 10 ਫੋਟੋਆਂ ਖਿੱਚੀਆਂ ਤੇ ਉਹਨੇ ਪੁਰਾਣੇ ਵਕੀਲ ਨੇ ਉਹਦੇ ਕਿਸੇ ਨੇ ਸਬਮਿਟ ਕਰਤੀਆਂ, ਤੇ ਜਿੱਦਾਂ ਅੱਜ ਇੱਕ ਨੇ ਫੜਿਆ ਨੋ ਫਾਰਮਰ ਨੋ ਫੂਡ, ਇੱਕ ਨੇ ਏਦਾਂ ਡੈਮੋਕ੍ਰੇਸੀ ਹੋ, ਤੇ ਅਗਲੀ ਫੋਟੋ ਨਾਲ ਉਹਨਾਂ ਨੇ ਆਪਣੇ ਉਹ ਬਦਲ ਲਏ, ਬੈਨਰ ਬਦਲ ਲਏ ਕਿ ਤੂੰ ਮੈਨੂੰ ਆਪਣੇ ਵਾਲਾ ਬੈਨਰ ਫੜਾ ਦੇ, ਮੈਂ ਤੈਨੂੰ ਆਪਣੇ ਵਾਲਾ ਬੈਨਰ ਫੜਾ ਦਵਾਂ। ਅੱਛਾ, ਠੀਕ ਹੈ। ਉਹ 10 ਫੋਟੋਆਂ ਦੇਖਾਂ ਬਸ ਉਹ ਨਾ ਤਖਤੀਆਂ ਚੇਂਜ ਹੋਈਆਂ। ਉਹ ਜਿਹੜਾ ਉਹਦਾ ਡਿਲਾਇਲ ਸਾਡੇ ਕੋਲ ਅਪੀਲ ਲਈ ਆਇਆ ਇਹ ਬੰਦਾ, ਉਹ ਕਹਿੰਦਾ ਕਿ ਬੰਦਾ ਐਕਸਪਲੇਨ ਨਹੀਂ ਕਰ ਪਾਇਆ। ਉਹਨੇ ਉਹਨੂੰ ਪੁੱਛਿਆ ਕਿ ਤੁਸੀਂ ਵੱਖ-ਵੱਖ ਕਰਕੇ ਕਿਉਂ ਕਰੇ, ਉਹ ਤੇ ਉਹ ਡਰ ਗਿਆ ਉਹ ਕਿ ਉਹ ਅੱਛਾ। ਕਹਿੰਦਾ ਬਣਾਏ ਕਿੰਨੇ ਆ, ਮਤਲਬ ਤੂੰ ਕਿਹੜਾ ਵਾਲਾ ਪੋਸਟਰ ਬਣਾਇਆ? ਹਾਂ। ਹੁਣ 5-6 ਉਹਦੇ ਮੂਹਰੇ ਫੋਟੋਆਂ ਰੱਖੀਆਂ, ਕਿਸੇ 'ਚ ਨੋ ਫੂਡ ਵਾਲਾ ਫੜਿਆ, ਉਹ ਬੰਦੇ ਨੂੰ ਆਪ ਨੂੰ ਨਹੀਂ ਪਤਾ ਮੈਂ ਪੋਸਟਰ ਕਿਹੜਾ ਵਾਲਾ ਬਣਾਇਆ ਵਾ। ਕਹਿੰਦਾ ਤੂੰ ਠੀਕ। ਕਿੱਥੋਂ ਲਿਆ ਇਹ? ਸੋ ਏਦਾਂ ਕਿ ਉਹ ਏਦਾਂ ਨਹੀਂ ਕਿ ਜਾ ਕੇ ਹੁਣ ਤੁਸੀਂ ਇੱਕ ਤਾਂ ਮੈਂ ਕਿਹਾ ਇਹ ਚਾਹੀਦੀ ਅਸਾਈਲਮ ਆ, ਆਪਣੇ ਹੱਕਾਂ ਦੀ ਮੰਗ ਕਰਨੀ ਆ, ਤਾਂ ਏਦਾਂ ਆ ਗਈ, ਏਦਾਂ ਨਹੀਂ ਕਿ ਰੈਡੀਮੇਡ ਉੱਥੇ ਕਿ ਚੱਲ ਵੀ ਕਿਸੇ ਹੋਰ ਦਾ ਤਖਤੀ ਫੜੀ ਕਰਤਾ। ਧਿਆਨ ਲਾਓ ਆਪਣੇ ਕੇਸ ਦੇ ਵਿੱਚ, ਮਿਹਨਤ ਕਰੋ। ਇਹ ਬੜੇ ਕਲਾਇੰਟਾਂ ਨੂੰ ਕਿ ਕਿੰਨੀ ਵਾਰੀ ਰੈਲੀਆਂ ਤੇ ਗਿਆ ਮੈਂ, ਜਿਹਦੀ 2023 ਚ ਤਰੀਕ ਆ, ਉਹ 2023 ਦੇ ਵਿੱਚ ਇੱਕ ਵਾਰੀ ਰੈਲੀ ਤੇ ਗਿਆ, ਜੱਜ ਤੇ ਵਕੀਲ ਅੱਗੋਂ ਪੁੱਛਦਾ ਕਿ ਤੈਨੂੰ 2016 ਦਾ ਤੂੰ ਉਰੇ ਆਇਆ ਤੇ ਇੱਕ ਵਾਰੀ ਕਿਉਂ ਗਿਆ ਹੈਗਾ? ਜੀ ਮੈਨੂੰ ਨਹੀਂ ਲੱਗਾ, ਮੈਂ ਬਿਜੀ ਸੀਗਾ, ਏਦਾਂ ਸੀਗਾ, ਓਦਾਂ ਸੀਗਾ। ਤਾਂ ਕਿ ਐਂਡ ਆਫ ਦਾ ਡੇ ਏਦਾਂ ਕਿ ਆਪਣੇ ਕੇਸ ਵੱਲ ਧਿਆਨ ਦਿਓ ਐਵਰੀਡੇ ਆ ਕੇ, ਤੇ ਜੇ ਤੁਸੀਂ ਦਿੰਨੇ ਆ ਤੁਹਾਡੇ ਕੋਲ ਐਵੀਡੈਂਸ ਪੂਰਾ ਰਹਿਣਾ 3-4 ਸਾਲ ਦਾ। ਸੋਸ਼ਲ ਮੀਡੀਆ ਹੁਣ ਬੰਦਾ ਕਹਿੰਦਾ ਮੈਂ ਪੋਸਟ ਕਰਦਾ ਸੋਸ਼ਲ ਮੀਡੀਆ ਦੀ, ਆਪਾਂ ਕਹਿੰਦੇ ਐਜ਼ ਅ ਲਾਇਰ ਆਪਾਂ ਕਹਿੰਦੇ ਕਿ ਯਾਰ ਤੂੰ ਕਾਪੀਆਂ ਦੇ ਕਿਹੜੀ ਪੋਸਟ ਕੀਤੀ ਹਨਾ। ਇੱਕ ਬੰਦਾ ਆਵੇ ਟਵਿੱਟਰ ਦਾ 30 ਉਹਦੇ ਫਾਲੋਅਰ ਆ, ਮੈਂ ਕਿਹਾ ਯਾਰ ਤੇਰੇ 30 ਤੇਰੇ ਫਾਲੋਅਰ ਆ, ਤੇ ਉਹ ਵਿਊ ਕਾਊਂਟ ਵਗੈਰਾ ਵੀ ਉਹਦੇ ਵਿੱਚ ਆ ਜਾਂਦਾ। ਮੈਂ ਕਿਹਾ ਸਟੈਟ ਤਾਂ ਤੇਰੇ ਹੁੰਦੇ ਨਹੀਂ, ਤੂੰ ਕਹਿੰਦਾ ਮੈਨੂੰ ਪਾਰਟੀ ਵਾਲੇ ਲੱਭਦੇ ਆ ਹਨਾ। ਤੇ ਪੋਸਟਾਂ ਜਿਹੜੀਆਂ ਉਹ ਆ ਕਿ ਸੋਸ਼ਲ ਮੀਡੀਆ ਜੱਜ ਜੇ ਉਦਾਂ ਪੁੱਛ ਲੈਂਦਾ ਕਿ ਪੋਸਟਾਂ ਕਿਉਂ ਨਹੀਂ ਲਾਈਆਂ, ਫਿਰ ਜੇ ਤੂੰ ਕਹਿੰਦਾ ਕਿ ਮੈਂ ਬੜਾ ਐਕਟਿਵ ਸੀਗਾ ਸੋਸ਼ਲ ਮੀਡੀਆ ਤੇ, ਨਹੀਂ ਜੀ ਮੈਂ ਤਾਂ WhatsApp ਤੇ ਐਕਟਿਵ ਸੀਗਾ, ਉਹਦੇ ਵਿੱਚ ਹੈ ਨਹੀਂਗਾ। ਫਿਰ ਉਹ ਕਹਿੰਦਾ ਤੇਰੇ ਪਾਰਟੀ ਵਾਲੇ ਲੀਡਰ ਉਹਨਾਂ ਕਿੰਨੀ ਵਾਰੀ ਗੱਲ ਹੁੰਦੀ ਹੈ, ਰਾਈਟ, ਬੈਕ ਹੋਮ ਕਿੰਨੀ ਵਾਰੀ ਗੱਲ ਹੁੰਦੀ ਹੈ, ਗੱਲ ਤਾਂ ਮੇਰੀ ਮਹੀਨੇ ਦੇ ਹੁੰਦੀ ਰਹਿੰਦੀ ਹੈ। ਉਹ ਕਹਿੰਦਾ ਸਬੂਤ ਕੀ ਹੈਗਾ, ਮੈਸੇਜ ਜਾਂ ਕੁਛ? ਉਹ ਸਬੂਤ ਜੀ ਮੇਰੇ ਕੋਲ ਹੈਗਾ। ਉਹ ਕਹਿੰਦਾ 4 ਸਾਲ ਤੋਂ ਆ ਗਿਆ, ਕੇਸ ਤੇਰਾ ਸਾਲ ਆਉਂਦਾ ਵਾ, ਪ੍ਰੂਵ ਤੂੰ ਇਹ ਕਰਨਾ ਕਿ ਤੂੰ ਐਕਟਿਵ ਵਰਕਰ ਆ, ਪਰ ਤੂੰ ਪ੍ਰੂਵ ਕਰ ਪਾ ਰਿਹਾ ਨਾ, ਤੇਰੇ ਕੋਲ ਡੋਨੇਸ਼ਨਾਂ ਦੀ ਰਸੀਦ ਆ, ਨਾ ਤੂੰ ਰੈਲੀਆਂ ਤੇ ਗਿਆ, ਉੱਤੋਂ ਜਿਹੜੇ ਪੋਸਟਰ ਬੈਨਰ ਬਣਾਇਆ ਉਹਦਾ ਨਹੀਂ ਤੈਨੂੰ ਪਤਾ ਕਿਹੜਾ ਤੂੰ ਬਣਾਇਆ, ਕੀ ਕੀਤਾ, ਠੀਕ ਆ।
ਤੀਜਾ ਇਹ ਕਿ ਆ ਜਿਹੜਾ ਸੀਗਾ ਪਿੱਛੇ ਰੈਫਰੈਂਡਮ ਲਿਖਿਆ ਵਾ ਕਿ ਇਹ ਆਰਗੇਨਾਈਜ਼ ਕਿਹੜੀ ਸੰਸਥਾ ਨੇ ਕੀਤਾ ਉਹਦਾ ਨਹੀਂ ਤੈਨੂੰ ਪਤਾ। ਤੇ ਇਦਾਂ ਦੇ ਜਿਹੜੇ ਮੁੱਦੇ ਜਦੋਂ ਉਹ ਕੱਢਦੇ ਆ ਤਾਂ ਬੰਦਾ ਜਿਹਨੇ ਤਾਂ ਹੁਣ ਆਪ ਕੀਤਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਣੀ, ਹੁਣ ਜਿਹੜਾ ਨਹੀਂ ਗਿਆ ਰੈਡੀਮੇਡ ਸੋਲੂਸ਼ਨ ਭਾਲਦਾ ਵਾ ਉਹਨੂੰ ਪ੍ਰੋਬਲਮ ਹੋਣੀ ਆ ਆਬਵੀਅਸਲੀ, ਜੱਜ ਨੂੰ ਉਲਝਾ ਸਕਦਾ ਵਾ।